मैं पढ़ दिया फटाफट। यहोवा ਤੁਹਾਡਾ ਪਰਮੇਸ਼ਰ ਤੁਹਾਨੂੰ ਉਸ ਧਰਤੀ ਵਿੱਚ ਲੈ ਆਵੇਗਾ। ਵਿਵਸਥਾ ਸਾਰਤੀ ਅਧਿਆਇ ਦਾ 19 ਵਚਨ। ਮੈਂ ਅੱਜ ਤੁਹਾਡੇ ਵਿਰੁੱਧ ਆਕਾਸ਼ ਅਤੇ ਧਰਤੀ ਨੂੰ ਗਵਾਹ ਬਣਾਉਂਦਾ ਹਾਂ। ਭਾਈ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸ਼ਰਾਪ ਰੱਖਿਆ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਤੇ ਇਸ ਜਗ੍ਹਾ ਤੇ ਪਰਮੇਸ਼ਰ ਕਹਿੰਦਾ ਹੈ ਮੈਂ ਅੱਜ ਤੁਹਾਡੇ ਖਿਲਾਫ ਤੁਹਾਡੇ ਵਿਰੁੱਧ ਆਕਾਸ਼ ਅਤੇ ਧਰਤੀ ਨੂੰ ਗਵਾਹ ਬਣਾਉਂਦਾ ਹਾਂ। ਕੀ ਕਰਦਾ ਹਾਂ? ਗਵਾਹ ਬਣਾਉਂਦਾ ਹਾਂ। ਕੀ ਗਵਾਹ ਬਣਾਉਂਦਾ ਹਾਂ? ਕਹਿੰਦਾ ਵੇਖੋ ਮੈਂ ਜੀਵਨ ਅਤੇ ਮੌਤ, ਬਰਕਤ ਅਤੇ ਸ਼ਰਾਪ ਤੁਹਾਡੇ ਅੱਗੇ ਰੱਖੇ ਹਨ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇੱਕ ਪਾਸੇ ਮੌਤ ਹੈ ਤੇ ਦੂਸਰੇ ਪਾਸੇ ਜੀਵਨ ਹੈ, ਇੱਕ ਪਾਸੇ ਸ਼ਰਾਪ ਹੈ ਤਾਂ ਦੂਜੇ ਪਾਸੇ ਬਰਕਤ ਹੈ। ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਅੱਗੇ ਰੱਖਿਆ, ਤੁਹਾਡੇ ਅੱਗੇ ਰੱਖਿਆ, ਪਰ ਚੁਣਨਾ ਤੁਹਾਨੂੰ ਪਏਗਾ। ਚੁਣਨਾ ਕਿਹਨੂੰ ਪਏਗਾ? ਸਾਨੂੰ ਚੁਣਨਾ ਪਏਗਾ ਕਿ ਅਸੀਂ ਕੀ ਚਾਹੁੰਦੇ ਹਾਂ, ਸਾਨੂੰ ਕੀ ਚਾਹੀਦਾ ਹੈ। ਅਸੀਂ ਜੀਵਨ ਨੂੰ ਚੁਣਦੇ ਹਾਂ ਕਿ ਮੌਤ ਨੂੰ ਚੁਣਦੇ ਹਾਂ, ਸ਼ਰਾਬ ਨੂੰ ਚੁਣਦੇ ਹਾਂ ਜਾਂ ਬਰਕਤਾਂ ਨੂੰ ਚੁਣਦੇ ਹਾਂ। ਚੁਣਨਾ ਸਾਡਾ ਹੱਕ ਹੈ, ਚੁਣਾਵ ਸਾਡਾ ਹੈ। ਪਰਮੇਸ਼ਰ ਕਦੀ ਧੱਕਾ ਨਹੀਂ ਕਰਦਾ, ਪਰਮੇਸ਼ਰ ਜ਼ਬਰਦਸਤੀ ਨਹੀਂ ਕਰਦਾ। ਉਹ ਕਹਿੰਦਾ ਮੈਂ ਤਾਂ ਰੱਖ ਦਿੱਤੇ, ਉਹ ਕਹਿੰਦਾ ਮੈਂ ਇਹ ਰੱਖੇ ਹੀ ਨਹੀਂ, ਧਰਤੀ ਅਤੇ ਆਕਾਸ਼ ਨੂੰ ਗਵਾਹ ਵੀ ਬਣਾਉਂਦਾ ਹਾਂ। ਤੁਹਾਡੇ ਖਿਲਾਫ ਧਰਤੀ ਤੇ ਆਕਾਸ਼ ਗਵਾਹੀ ਦੇਣਗੇ ਕਿ ਤੁਸੀਂ ਮੁਕਰੋਗੇ। ਕਿ ਬਰਕਤ ਵੀ ਤੁਹਾਡੇ ਅੱਗੇ ਸੀ, ਸ਼ਰਾਪ ਵੀ ਤੁਹਾਡੇ ਅੱਗੇ ਸੀ, ਜੀਵਨ ਵੀ ਤੁਹਾਡੇ ਅੱਗੇ ਸੀ ਤੇ ਮੌਤ ਵੀ ਤੁਹਾਡੇ ਅੱਗੇ ਸੀ। ਚੁਣਨਾ ਤੁਹਾਡਾ ਹੱਕ ਸੀਗਾ। ਆਦਮ ਤੇ ਹਵਾ ਨੂੰ ਜਦੋਂ ਪਰਮੇਸ਼ਰ ਨੇ ਬਣਾਇਆ, ਉਹਨਾਂ ਨੂੰ ਆਦਮ ਦੇ ਬਾਗ ਵਿੱਚ ਰੱਖਿਆ ਤੇ ਬਾਈਬਲ ਕਹਿੰਦੀ ਹੈ ਉਹਨਾਂ ਨੇ ਪਰਮੇਸ਼ਰ ਨੇ ਆਖਿਆ ਜਿਸ ਦਿਨ ਤੁਸੀਂ ਇਹ ਫਲ ਖਾਓਗੇ ਤੁਸੀਂ ਕੀ ਹੋ ਜਾਓਗੇ? ਮਰ ਜਾਓਗੇ। ਕਿ ਪਰਮੇਸ਼ਰ ਨੇ ਝੂਠ ਬੋਲਿਆ ਸੀ? ਪਰਮੇਸ਼ਰ ਨੇ ਰੱਖਿਆ ਸੀ ਅਗਰ ਤੁਸੀਂ ਖਾਓਗੇ ਤਾਂ ਮਰ ਜਾਓਗੇ। ਚੁਣਾਵ ਆਦਮ ਤੇ ਹਵਾ ਦਾ ਸੀਗਾ। ਜਦੋਂ ਹਵਾ ਉਸ ਫਲ ਨੂੰ ਤੋੜ ਰਹੀ ਸੀ, ਖਾ ਰਹੀ ਸੀਗੀ, ਕਿ ਪਰਮੇਸ਼ਰ ਨਹੀਂ ਰੋਕ ਸਕਦਾ ਸੀਗਾ। ਜਦੋਂ ਆਦਮ ਖਾ ਰਿਹਾ ਸੀ ਕਿ ਪਰਮੇਸ਼ਰ ਨੂੰ ਨਹੀਂ ਰੋਕ ਸਕਦਾ ਸੀ, ਪਰਮੇਸ਼ਰ ਚਾਹੁੰਦਾ ਨੂੰ ਰੋਕ ਸਕਦਾ ਸੀਗਾ, ਉਹਦਾ ਹੱਥ ਫੜ ਸਕਦਾ ਸੀ ਕਿ ਤੁਸੀਂ ਗਲਤ ਕਰ ਰਹੇ ਹੋ। ਪਰ ਪਰਮੇਸ਼ਰ ਨੇ ਪਹਿਲਾਂ ਹੀ ਆਖਿਆ ਸੀ ਜਿਸ ਦਿਨ ਤੁਸੀਂ ਖਾਓਗੇ ਮਰ ਜਾਓਗੇ। ਪਰ ਸ਼ੈਤਾਨ ਨੇ ਕੀ ਕੀਤਾ ਸੀ? ਨਹੀਂ ਨਹੀਂ, ਪਰਮੇਸ਼ਰ ਤੁਹਾਨੂੰ ਝੂਠ ਬੋਲ ਰਿਹਾ, ਪਰਮੇਸ਼ਰ ਤੁਹਾਨੂੰ ਧੋਖਾ ਕਰ ਰਿਹਾ। ਤੁਸੀਂ ਜਿਸ ਦਿਨ ਖਾਓਗੇ ਤੁਸੀਂ ਪਰਮੇਸ਼ਰ ਵਰਗੇ ਹੋ ਜਾਓਗੇ। ਇਹ ਬਾਤ ਪਰਮੇਸ਼ਰ ਨੇ ਵੀ ਖਾਧਾ ਸੀ, ਤਾਂ ਹੀ ਪਰਮੇਸ਼ਰ ਬੜਾ ਸ਼ਕਤੀਸ਼ਾਲੀ ਆ। ਤੂੰ ਵੀ ਖਾ ਇਸ ਨੂੰ। ਪਰਮੇਸ਼ਰ ਦੇਖ ਕਿੰਨਾ ਸੋਹਣਾ ਫਲ ਆ, ਦੇਖ ਕਿੰਨਾ ਵਧੀਆ ਫਲ ਆ। ਸ਼ੈਤਾਨ ਆਪਣੇ ਗੱਲਾਂ ਵਿੱਚ ਉਹਨੂੰ ਲੁਭਾ ਰਿਹਾ ਸੀਗਾ ਤੇ ਲੁਭਾ ਕੇ ਜ਼ਬਰਦਸਤੀ ਉਹਨੂੰ ਖਿਲਾ ਰਿਹਾ ਸੀਗਾ। ਯਾਦ ਰੱਖੀਏ, ਸ਼ੈਤਾਨ ਤੁਹਾਡੇ ਕੋਲ ਜ਼ਬਰਦਸਤੀ ਪਾਪ ਕਰਾਏਗਾ, ਸ਼ੈਤਾਨ ਤੁਹਾਡੇ ਨਾਲ ਧੱਕਾ ਕਰ ਸਕਦਾ ਹੈ, ਸ਼ੈਤਾਨ ਤੁਹਾਡੇ ਨਾਲ ਜ਼ਬਰਦਸਤੀ ਕਰ ਸਕਦਾ ਹੈ, ਪਰ ਪਰਮੇਸ਼ਰ ਕਦੇ ਵੀ ਜ਼ਬਰਦਸਤੀ ਨਹੀਂ ਕਰ ਸਕਦਾ। ਹਾਲੇਲੂਇਆ ਹਾਲੇਲੂਇਆ। ਹਾਂ, ਸਾਡੇ ਰਿਸ਼ਤੇਦਾਰ ਕਹਿ ਸਕਦੇ ਛੱਡ ਚਰਚ ਜਾਣ ਨੂੰ, ਅੱਜ ਆਪਾਂ ਯਾਦ ਦੱਸਣਾ ਚੱਲ ਜਾ ਘੁੰਮ ਕੇ ਆਨੇ, ਆਪਾਂ ਸ਼ਹਿਰ ਪਾਰਟੀ ਕਰਕੇ ਆਨੇ ਆ ਨਾ, ਆਪਾਂ ਕੁਝ ਹੋਰ ਕਰਕੇ ਆਨੇ, ਆਪਾਂ ਘੁੰਮ ਕੇ ਆਨੇ, ਛੱਡ ਚਰਚ ਤਾਂ ਪਾਰ ਸੰਡੇ ਜਾਂਦੇ ਆ। ਰੱਬ ਦਾ ਵਚਨ ਆਪਾਂ ਹਰ ਵਾਰ ਸੁਣਦੇ ਆ। ਕੋਈ ਨਹੀਂ ਅੱਜ ਚਰਚ ਇੱਕ ਦਿਨ ਚਰਚ ਨਹੀਂ ਜਾਵਾਂਗੇ ਤਾਂ ਕੀ ਆਫਤ ਆ ਜਾਏਗੀ। ਹਾਲੇਲੂਇਆ ਹਾਲੇਲੂਇਆ। ਯਿਸੂ ਮਸੀਹ ਨੂੰ ਵੀ ਪਰਮੇਸ਼ਰ ਸ਼ੈਤਾਨ ਨੇ ਆਖਿਆ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤੇ ਆਪਣੇ ਆਪ ਨੂੰ ਨੀਚੇ ਸੁੱਟ ਕੇ ਵਿਖਾ। ਹਾਂ, ਤੇਰੇ ਵਿਖੇ ਲਿਖਿਆ ਵਾ ਉਹ ਆਪਣੇ ਦੂਤਾਂ ਨੂੰ ਹੁਕਮ ਦੇਗਾ ਮਤੇ ਤੇਰੇ ਪੈਰਾਂ ਨੂੰ ਪੱਥਰਾਂ ਨਾਲ ਸੱਟ ਵੀ ਲੱਗੇ, ਉਹ ਤੇਰੇ ਪੈਰਾਂ ਨੂੰ ਮਾੜੀ ਜਿਹੀ ਖਰੋਚ ਵੀ ਨਹੀਂ ਆਣ ਦੇਗਾ, ਤਾਂ ਆਪਣੇ ਨੂੰ ਸੁੱਟ ਦੇ ਨੀਚੇ। ਪਰ ਯਿਸੂ ਨੇ ਕੀ ਕਿਹਾ? ਤਾਂ ਆਪਣੇ ਪ੍ਰਭੂ ਪਰਮੇਸ਼ਰ ਦੀ ਪ੍ਰੀਖਿਆ ਨਾ ਲੈ। ਫਿਰ ਉਹ ਸਾਰੇ ਧਨ ਦੌਲਤ ਦਿਖਾਏ, ਸਭ ਕੁਝ ਦਿਖਾਇਆ। ਮੈਂ ਤੈਨੂੰ ਅੱਜ ਦੇ ਸਮੇਂ 'ਚ ਬੋਲਾਂ, ਅੰਬਾਨੀ ਅੰਡਾਨੀ ਮੈਂ ਤੈਨੂੰ ਅੱਜ ਹੀ ਬਣਾ ਦੇਵਾਂਗਾ, ਅੱਜ ਤੈਨੂੰ ਟਾਟਾ ਬਿਰਲਾ ਬਣਾ ਦੇਵਾਂਗਾ, ਹਨਾ। ਪਰ ਮੇਰੇ ਅੱਗੇ ਕੀ ਕਰ? ਸਜਦਾ ਕਰ। ਅੱਜ ਬਹੁਤ ਵਾਰ ਸ਼ੈਤਾਨ ਸਾਨੂੰ ਚਲਾਕੀਆਂ ਕਰਦਾ ਆ, ਸ਼ੈਤਾਨ ਸਾਨੂੰ ਭਰਮਾਉਂਦਾ ਆ, ਸ਼ੈਤਾਨ ਸਾਡੇ ਨਾਲ ਧੱਕਾ ਕਰਦਾ ਆ। ਸਾਡੇ ਯਾਰ ਦੋਸਤ ਸਾਡੇ ਧੱਕਾ ਕਰਦੇ ਨਾ, ਬਾਪੀ ਲਾ ਕੋਈ ਗੱਲ ਨਹੀਂ, ਇੱਕ ਪੈਗੀ ਆ ਪੀਣਾ, ਮਾੜੀ ਜਿਹੀ ਲਾਲਾ ਕੀ ਹੁੰਦਾ ਹੈ, ਆਪਾਂ ਕਿਹੜਾ ਰੋਜ਼ ਲੈਣੀ ਆ। ਸ਼ੈਤਾਨ ਸਾਡੇ ਨਾਲ ਧੱਕਾ ਕਰ ਸਕਦਾ ਆ। ਸ਼ੈਤਾਨ ਸਾਡੇ ਮਨ ਨੂੰ ਬਾਰ-ਬਾਰ ਭਰਮਾਉਂਦਾ ਆ, ਸਾਡੇ ਮਨ 'ਚ ਬੁਰੇ ਖਿਆਲ ਬਾਰ-ਬਾਰ ਲਿਆਉਂਦਾ ਆ, ਸਾਨੂੰ ਬਾਰ-ਬਾਰ ਕਿਸੇ ਚੀਜ਼ ਲਈ ਮਜਬੂਰ ਕਰਦਾ ਆ, ਸਾਨੂੰ ਨਸ਼ੇ ਲਈ ਮਜਬੂਰ ਕਰਦਾ ਆ, ਵਿਚਾਰੀ ਲਈ ਮਜਬੂਰ ਕਰਦਾ ਆ, ਸਾਨੂੰ ਸੰਗਤ ਤੋਂ ਦੂਰ ਜਾਣ ਲਈ ਮਜਬੂਰ ਕਰਦਾ ਆ, ਸਾਨੂੰ ਪ੍ਰਾਰਥਨਾ ਨਾ ਕਰਨ ਲਈ ਮਜਬੂਰ ਕਰਦਾ ਆ। ਮੈਂ ਬਹੁਤ ਵਾਰ ਕਹਿੰਦਾ ਹੁੰਦਾ, ਬਹੁਤ ਸਾਰੇ ਅਸੀਂ ਲੋਕਾਂ ਨੂੰ ਪੁੱਛਿਆ ਤੁਸੀਂ ਪ੍ਰਾਰਥਨਾ ਕਰਦੇ ਹੋ? ਹਾਂਜੀ ਪਾਸਟਰ ਜੀ ਕਰਦੇ ਆ ਜੀ, 5-10 ਮਿੰਟ ਕਰ ਲੈਂਦੇ ਆ ਜੀ। ਕਿਉਂ? ਵੱਧ ਸਮਾਂ ਕਿਉਂ ਨਹੀਂ ਕਰਦੇ? ਪਾਸਟਰ ਜੀ ਥੱਕੇ ਬੜੇ ਹੁੰਦੇ ਆ ਜੀ, ਫਿਰ ਥੱਕੇ ਹੁੰਦੇ ਆ, ਨੀਂਦ ਆਉਂਦੀ ਜੀ, ਸੌ ਜਾਂਦੇ ਆ। ਮੈਂ ਤੁਹਾਨੂੰ ਪੁੱਛਦਾ ਹੁੰਦਾ, ਅਗਰ ਤੁਹਾਨੂੰ ਪੈਸਾ ਦਿੱਤਾ ਜਾਏ
ਅਗਰ ਤੁਹਾਨੂੰ ਪੈਸਾ ਦਿੱਤਾ ਜਾਏ ਤੇ ਕਿਹਾ ਜਾਵੇ 2 ਘੰਟੇ ਹੋਰ ਕੰਮ ਕਰ ਲਓ, ਜਿੰਨੀ ਤੁਹਾਡੀ ਦਿਹਾੜੀ ਬਣਦੀ ਸੀ ਦੁੱਗਣੀ ਦਿਹਾੜੀ ਦੇਵਾਂਗੇ, 2 ਘੰਟੇ ਹੋਰ ਕੰਮ ਕਰੋ, ਤੇ ਅਸੀਂ 2 ਘੰਟੇ ਕੰਮ ਨਹੀਂ ਕਰਾਂਗੇ? ਹਾਂ, ਪੈਸੇ ਲਈ ਵੀ ਸਾਨੂੰ ਦੁੱਗਣੀ ਦਿਹਾੜੀ ਮਿਲ ਰਹੀ ਆ, 2 ਘੰਟੇ ਅਸੀਂ 3 ਘੰਟੇ ਵੀ ਕੰਮ ਕਰ ਲਾਂਗੇ, ਹੋਰ ਕਰ ਲਾਂਗੇ, ਭਾਵੇਂ ਸਾਰਾ ਦਿਨ ਕੰਮ ਕੀਤਾ 3 ਘੰਟੇ ਅਸੀਂ ਹੋਰ ਓਵਰ ਟਾਈਮ ਲਾ ਲਾਂਗੇ, ਦਿਹਾੜੀ ਦੁੱਗਣੀ ਮਿਲ ਰਹੀ ਆ। ਜਦੋਂ ਪ੍ਰਾਰਥਨਾ ਦੀ ਵਾਰੀ ਆਉਂਦੀ ਆ, ਪਾਸਟਰ ਜੀ ਬੜੇ ਥੱਕੇ ਪਏ ਸੀ ਜੀ, ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਫਿਲਮ ਦੇਖਣ ਲਈ ਥੱਕ ਰਹੇ ਸੀ, ਹੁਣ ਤਾਂ ਭਾਵੇਂ ਸੀ 1 ਵਜੇ ਤੱਕ ਰਾਤ ਨੂੰ ਚਲਾਉਂਦੇ ਰਹੀਏ, ਉਦੋਂ ਨਹੀਂ ਥੱਕਦੇ, ਪ੍ਰਾਰਥਨਾ ਵਾਲੀ ਪਾਸੇ ਥੱਕੇ ਪਏ ਸੀ। ਬਾਈਬਲ ਪੜ੍ਹਨੀ ਹੋਵੇ ਨੀਂਦ ਆਉਣ ਲੱਗ ਜਾਂਦੀ ਹੈ ਜੀ, ਫੋਨ ਚਲਾਉਂਦੇ ਹੋਏ, WhatsApp ਤੇ ਚੈਟਿੰਗ ਕਰਦੇ ਹੋਏ, Facebook ਚਲਾਉਂਦੇ ਹੋਏ, ਵੀਡੀਓ ਕਾਲ ਕਰਦੇ ਸਾਨੂੰ ਨੀਂਦ ਨਹੀਂ ਆਉਂਦੀ, ਪਰ ਬਾਈਬਲ ਪੜ੍ਹਨੀ ਪੈ ਜੇ ਸਾਨੂੰ ਨੀਂਦ ਆਉਂਦੀ ਹੈ ਜੀ। ਇਸੇ ਕਰਕੇ ਪਰਮੇਸ਼ਰ ਕਹਿੰਦਾ ਜੀਵਨ ਅਤੇ ਮੌਤ, ਬਰਕਤ ਅਤੇ ਸ਼ਰਾਪ ਤੁਹਾਡੇ ਅੱਗੇ ਹਨ, ਚੁਣਾਵ ਤੁਹਾਡਾ ਆ, ਤੁਸੀਂ ਆਪਣਾ ਹੱਥ ਵਧਾ ਕੇ ਕਿਹਨੂੰ ਫੜਦੇ ਹੋ? ਚੁਣਾਵ ਤੁਹਾਡਾ ਆ, ਤੁਸੀਂ ਆਪਣਾ ਹੱਥ ਵਧਾ ਕੇ ਕਿਸ ਨੂੰ ਚੁਣਦੇ ਹੋ, ਕਿਸ ਮਾਰਗ ਤੇ ਚੱਲਦੇ ਹੋ? ਯੀਸ਼ੂ ਨੇ ਕਿਹਾ ਭੀੜਾ ਹੈ ਉਹ ਮਾਰਗ ਜੋ ਜੀਵਨ ਨੂੰ ਜਾਂਦਾ ਹੈ, ਪਰ ਖੁੱਲਾ ਹੈ ਉਹ ਰਾਹ ਤਾਂ ਕਿੱਥੇ ਜਾਂਦਾ ਆ? ਨਰਕ ਨੂੰ, ਮੌਤ ਨੂੰ ਜਾਂਦਾ ਆ। ਆਪਾਂ ਇੱਕ ਗੀਤ ਵੀ ਗਾਣਾ ਨਾ, ਚਲੇ ਹੋ ਤੁਮ ਖੁਦਾ ਕੇ ਸਾਥ, रास्ता सुकड़ा है, खुदा का थामे रखना हाथ, रास्ता सुकड़ा है ना। ਅਸੀਂ ਖੁਦਾ ਦਾ ਹੱਥ ਕੀ ਕਰੀਏ? ਫੜੀ ਰੱਖੀਏ। ਜੇ ਅਸੀਂ ਖੁਦਾ ਦਾ ਹੱਥ ਨੂੰ ਫੜੇ ਰੱਖਾਂਗੇ ਤਾਂ ਅਸੀਂ ਉਸ ਸਫ਼ਰ ਤੇ ਚੱਲ ਪਾਵਾਂਗੇ, ਉਸ ਤੰਗ ਰਾਸਤੇ ਚੋਂ ਨਿਕਲ ਪਾਵਾਂਗੇ। खुदा का थामे रखना हाथ, रास्ता सुकड़ा है, चलो चले यीशु के साथ, आओ थामे यीशु का हाथ। हालेलुया। जिसे यीशु ਦੇ ਹੱਥ ਨੂੰ ਫੜਾਂਗੇ, ਯੀਸ਼ੂ ਦੇ ਹੱਥ ਨੂੰ ਫੜ ਲਵਾਂਗੇ ਤਾਂ ਅਸੀਂ ਉਸ ਕਠਿਨ ਰਾਸਤੇ ਵਿੱਚੋਂ ਲੰਘ ਸਕਾਂਗੇ, ਵਰਨਾ ਸਾਨੂੰ ਬਹੁਤ ਔਖਾ ਹੈ। ਇੱਥੇ ਪਰਮੇਸ਼ਰ ਕਹਿੰਦਾ ਜੀਵਨ ਅਤੇ ਮੌਤ ਨੂੰ ਚੁਣ ਲਵੋ, ਬਰਕਤ ਅਤੇ ਸ਼ਰਾਪ ਨੂੰ ਵੀ ਚੁਣ ਲਵੋ। ਮੈਂ ਕਿਸੇ ਪਾਸਟਰ ਦਾ ਪ੍ਰਚਾਰ ਸੁਣ ਰਿਹਾ ਸੀਗਾ YouTube ਤੇ, ਤੇ ਉਹ ਪ੍ਰਚਾਰ ਕਰ ਰਹੇ ਸੀਗੇ ਵੀ ਪੈਸਾ ਜੋ ਆ ਬਹੁਤ ਵਾਰ ਸ਼ੈਤਾਨ ਵੱਲੋਂ ਆਉਂਦਾ ਆ। ਉਹਦੀ ਸਿੱਖਿਆ ਥੋੜੀ ਚਲੋ ਹੌਟ ਸੀਗੀ, ਤੇ ਉਹ ਕਹਿੰਦੇ ਉਹ ਜਿਹੜਾ ਜਦੋਂ ਬਹੁਤ ਧਨਵਾਨ ਪਾਸਟਰ ਨੇ ਪਾਸਟਰ ਨੂੰ ਬੋਲ ਰਹੇ ਸੀਗੇ ਕਿ ਸੰਸਾਰ ਦੀ ਤਾਕਤਾਂ, ਸੰਸਾਰ ਦੀ ਐਸ਼ੋ ਆਰਾਮ, ਸੰਸਾਰ ਦੀਆਂ ਬਰਕਤਾਂ ਕਿਹਦੀਆਂ ਨੇ? ਸ਼ੈਤਾਨ ਦੀਆਂ ਨੇ। याद रखिए यीशु मसीह ने क्या, मैं इस लिए आया ताकि तुसी जीवन पाओ, कितना पाओ? चौखा पाओ। कितना पाओ? चौखा पाओ। हाँ, सानू यीशु मसीह बरकतां देने लिए आया, जीवन देने लिए आया कि थोड़ियां जियां बाइबल च लिखा, अगर ਅਸੀਂ ਮਲਾਕੀ ਨੂੰ ਪੜ੍ਹੀਏ ਤਾਂ ਲਿਖਿਆ ਮੈਂ ਬਰਕਤਾਂ ਤੇਰੇ ਉੱਪਰ ਕੀ ਕਰਾਂਗਾ? ਵੜਾਵਾਂਗਾ। ਕੀ ਕਰਾਂਗਾ? ਵੜਾਵਾਂਗਾ। ਜੇ ਮੀਂਹ ਪੈਂਦਾ ਆ, ਉਹ ਕਹਿੰਦਾ ਤੁਹਾਡੇ ਕੋਲ ਰੱਖਣ ਵਾਸਤੇ ਵੀ ਜਗ੍ਹਾ ਨਹੀਂ ਹੋਏਗੀ। ਤਾਂ ਬਾਈਬਲ ਕਹਿੰਦੀ ਹੈ ਮੈਂ ਤੈਨੂੰ ਬਰਕਤਾਂ ਦਵਾਂਗਾ, ਤੇ ਬਾਈਬਲ ਚ ਲਿਖਿਆ ਉੱਥੇ ਸੋਨੇ ਦੇ ਕੀ ਹੋਣਗੀਆਂ? ਛੜਕਾਂ ਹੋਣਗੀਆਂ। ਇੱਥੇ ਜਾਣਾ ਸੀ ਤਾਂ ਉੱਥੇ ਕੀ ਕਰਾਂਗੇ? ਅਸੀਂ ਸੋਨੇ ਨੂੰ ਕਹਿਣਾ ਮੈਂ ਨਾ, ਅਸੀਂ ਚੱਲਦੇ ਨਾ ਪਾਸੇ ਆਉਣਾ ਹੈਗਾ, ਇੱਥੇ ਸੋਨਾ ਆ। ਹਾਲੇਲੂਇਆ। ਉਸ ਨੂੰ ਸੋਨਾ ਨਹੀਂ ਪਾਣਾ, ਚਾਂਦੀ ਨਹੀਂ ਪਾਣੀ, ਹੈ ਗਹਿਣੇ ਨਹੀਂ ਪਾਣੇ। ਵੀ ਉੱਥੇ ਕੀ ਕਰੋਗੇ? ਇੱਥੇ ਸੋਨੇ ਛੜਕਾਂ ਨੇ, ਉਹਦੇ ਸੋਨੇ ਪਰ ਚੱਲਣਾ ਆ। ਫਿਰ ਪੈਰਾਂ ਦਾ ਕੀ ਕਰੋਗੇ? ਪੈਰਾਂ ਨੂੰ ਵੱਢੋਗੇ ਤੇ ਸਾਨੂੰ ਕਹੇਗਾ ਆਪਾਂ ਨਰਕ ਚ ਹੀ ਭੇਜਦੇ, ਮੈਂ ਸਭ ਜਾਣਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸੰਸਾਰ ਭਾਵੇਂ ਸੰਸਾਰ ਦੀ ਬਹੁਤ ਸਾਰੀਆਂ ਤਾਕਤਾਂ ਸ਼ੈਤਾਨ ਦੀਆਂ ਨੇ, ਸੰਸਾਰ ਦੀਆਂ ਬਹੁਤ ਸਾਰੀਆਂ ਬਰਕਤਾਂ ਕਿ ਸ਼ੈਤਾਨ ਵੱਲੋਂ ਨੇ, ਪਰ ਬਾਈਬਲ ਕਹਿੰਦੀ ਆ, ਪਰਮੇਸ਼ਰ ਕਹਿੰਦਾ ਮੈਂ ਤੈਨੂੰ ਕੀ ਕਰਾਂਗਾ? ਧਨਵਾਨ ਬਣਾਵਾਂਗਾ। बच्चों से लिखा यहोवा के भय मानने का फल आदर, महिमा और जीवन है ना। परमेश्वर सानू आदर ही नहीं, सानू धन भी दिंदा है, ते सानू धन ही नहीं जीवन भी दिंदा है। हालेलुया। हालेलुया। धन, आदर ते जीवन है ना। सानू तीन चीज़ों की लोड़ पैंदी आ। अगर मान लो एक बहुत बड़ा धनवान मनुख आ, तुहाडे नगर दा एक धनवान मनुख आ, पर जे नगर च इज्जत नहीं, ਉਹਦਾ ਪੈਸਾ ਕਿਸੇ ਕੰਮ ਦਾ ਹੈ ਨਾ। ਜਿਹਦੇ ਕੋਲ ਆਦਰ ਬਹੁਤ ਆ, ਲੋਕਾਂ 'ਚ ਆਦਰ ਬਹੁਤ ਆ, ਪਰ ਪੈਸਾ ਵੀ ਗਰੀਬ ਆ, ਅਸੀਂ ਤਾਂ ਵੀ ਦੁਖੀ ਆ। ਜੇ ਸਾਡੇ ਕੋਲ ਆਦਰ ਵੀ ਹੈ, ਲੋਕ ਇੱਜ਼ਤ ਬੜੀ ਕਰਦੇ ਆ, ਪੈਸਾ ਵੀ ਬਹੁਤ ਆ, ਸਾਡੀ ਜਾਨ ਹੀ ਨਿਕਲ ਗਈ। ਮੇਰੀ ਗੱਲ ਸਮਝ ਪਾ ਰਹੇ ਕਿ ਨਹੀਂ ਸਮਝ ਪਾ ਰਹੇ? ਹਾਂ, ਇਸੇ ਲਿਖਿਆ ਯਹੋਵਾ ਦੇ ਭੈ, ਪੰਜਾਬੀ 'ਚ ਲਿਖਿਆ ਯਹੋਵਾ ਦੇ ਭੈ ਮੰਨਣ ਦਾ ਫਲ ਧਨ, ਆਦਰ ਤੇ ਜਿਉਣ ਹੈ। ਹਾਂ,
ਜਦੋਂ ਅਸੀਂ ਯਹੋਵਾ ਦਾ ਭੈ ਮੰਨਦੇ ਆ, ਪਰਮੇਸ਼ਰ ਦਾ ਡਰ ਮੰਨਦੇ ਆ, ਪਰਮੇਸ਼ਰ ਨੂੰ ਧਨ ਹੀ ਨਹੀਂ ਆਦਰ ਵੀ ਦਿੰਦਾ ਆ, ਤੇ ਆਦਰ ਹੀ ਨਹੀਂ ਜੀਵਨ ਵੀ ਦਿੰਦਾ ਆ। ਉਹ ਤਿੰਨੇ ਚੀਜ਼ਾਂ ਸਾਨੂੰ ਦਿੰਦਾ ਆ, ਧਨ, ਆਦਰ ਤੇ ਜਿਉਣ, ਕਿਉਂਕਿ ਸਾਨੂੰ ਤਿੰਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ। ਹਾਲੇਲੂਇਆ। ਇੱਥੇ ਨਾ ਬਰਕਤਾਂ ਤੁਹਾਡੀਆਂ ਨੇ, ਆਸ਼ੀਸ਼ਾਂ ਤੁਹਾਡੀਆਂ ਨੇ, ਜੀਵਨ ਵੀ ਤੁਹਾਡਾ ਆ। ਸਗੋਂ ਯਿਸੂ ਨੇ ਕਿਹਾ ਮੈਂ ਜੀਵਨ ਦੇਣਾ ਹੈ, ਸਗੋਂ ਚੌਖਾ ਜੀਵਨ ਦੇਣਾ ਆ। ਹੁਣ ਚੁਣਾਵ ਤੁਹਾਡਾ, ਅਸੀਂ ਅੱਜ ਕੀ ਚੁਣਦੇ ਆ? ਅੱਜ ਅਸੀਂ ਤੋਂ ਬਾਹਰ ਜਾਂਦੇ ਆ, ਆਪਣੇ ਘਰ ਨੂੰ ਜਾਂਦੇ ਆ, ਤਾਂ ਸੋਚ ਕੇ ਜਾਈਏ ਅਸੀਂ ਅੱਜ ਕਿਹਨੂੰ ਚੁਣਨਾ ਆ। ਤੁਸੀਂ ਘਰੋਂ ਨਿਕਲਾਂਗੇ, ਇੱਥੋਂ ਨਿਕਲਾਂਗੇ ਆਪਣੇ ਘਰ ਨੂੰ, ਤਾਂ ਸੋਚੀਏ ਅਗਲੇ ਹਫਤੇ ਤੁਸੀਂ ਕੀ ਕਰਨਾ ਆ। ਅਗਲੇ ਹਫਤੇ ਤੁਸੀਂ ਘਰੇ ਬਹਿ ਕੇ ਹਨਾ ਮੋਬਾਈਲ ਤੇ ਗੇਮਾਂ ਖੇਡਣੀਆਂ ਨੇ, YouTube ਤੇ ਫਿਲਮਾਂ ਦੇਖਣੀਆਂ ਨੇ, ਕਿ ਰੱਬ ਦੀ ਹਜ਼ੂਰ 'ਚ ਫੇਰ ਆਣਾ ਆ। ਅਸੀਂ ਘਰ ਜਾ ਕੇ ਅੱਜ ਪ੍ਰਾਰਥਨਾ ਕਰਨੀ ਆ, ਧੰਨਵਾਦ ਰਾਤ ਨੂੰ ਸੌਣ ਲੱਗੇ ਕਰਨਾ ਆ, ਕਿ ਫਿਰ ਚਲੋ ਫਿਰ ਕਰ ਲਾਂਗੇ। ਸਿਰ ਉੱਠਦੇ ਆ, ਲੇਟ ਹੋ ਗਿਆ ਨਾ, ਜਲਦੀ ਕੰਮ ਨਿਬੇੜ ਦੋ, ਰੋਟੀਆਂ ਕਰ ਲਓ, ਇਹ ਕਰ ਲਓ ਨਾ, ਫਿਰ ਪ੍ਰਾਰਥਨਾ ਰਹਿ ਜਾਂਦੀ ਆ। ਚਲ ਦੁਪਹਿਰ ਨੂੰ ਕਰ ਲਵਾਂਗੇ, ਨਾ ਬੜੀ ਨੀਂਦ ਆਉਂਦੀ ਆ, ਬਸ ਦੁਪਹਿਰ ਤੋਂ ਗਰਮੀ ਹੋ ਗਈ, ਫਿਰ ਸੌ ਜਾਂਦੇ ਆ। ਹਾਲੇਲੂਇਆ। ਜਾਣਦੇ ਹੋ ਤੁਸੀਂ, ਅਸੀਂ ਪੂਰੀ ਰਾਤ ਸੌਂਦੇ ਆ, ਅਸੀਂ ਪੂਰੀ ਰਾਤ ਆਰਾਮ ਨਾਲ ਸੌਂਦੇ ਆ, ਪਰ ਸ਼ੈਤਾਨ ਨਹੀਂ ਸੌਂਦਾ। ਸ਼ੈਤਾਨ ਨਹੀਂ ਸੌਂਦਾ। ਉਹ ਪੂਰੀ ਰਾਤ ਤੁਹਾਡੇ ਲਈ ਪਲੈਨਿੰਗ ਕਰਦਾ ਆ। ਅੱਜ ਸਵੇਰੇ ਉੱਠਣ ਤੋਂ ਪਹਿਲਾਂ, ਇਸ ਤੋਂ ਪਹਿਲਾਂ ਕਿ ਇਹ ਆਪਣਾ ਪੈਰ ਬੈੱਡ ਤੋਂ ਨੀਚੇ ਰੱਖੇ, ਆਪਣੀ ਚੱਪਲ ਪਾਏ ਤੇ ਬਾਥਰੂਮ ਵੱਲ ਜਾਏ, ਬਰਸ਼ ਕਰਨ ਲਈ ਜਾਏ, ਉਸ ਤੋਂ ਪਹਿਲਾਂ ਮੈਂ ਕਿਵੇਂ ਇਹਦਾ ਮੂਡ ਖਰਾਬ ਕਰਨਾ ਆ, ਇਹਨੂੰ ਕਿਵੇਂ ਪ੍ਰਾਰਥਨਾ ਕਰਨ ਤੋਂ ਰੋਕਣਾ ਆ, ਕਿਵੇਂ ਇਹਦਾ ਅੱਜ ਦਾ ਦਿਨ ਖਰਾਬ ਕਰਨਾ ਆ। ਉਹ ਪੂਰੀ ਰਾਤ ਪਲੈਨਿੰਗ ਕਰਦਾ ਆ। ਤੁਸੀਂ ਆਰਾਮ ਨਾਲ ਸੁੱਤੇ ਰਹਿੰਦੇ ਹੋ, ਪਰ ਸ਼ੈਤਾਨ ਨਹੀਂ ਸੌਂਦਾ। ਉਹ ਆਪਣੇ ਲਕਸ਼ ਤੇ ਪੱਕਾ ਆ, ਉਹਨੂੰ ਪਤਾ ਮੈਂ ਇਹਨੂੰ ਨਰਕ ਵੱਲ ਲੈ ਕੇ ਜਾਣਾ, ਤੇ ਨਰਕ 'ਚ ਲੈ ਕੇ ਜਾਣਾ ਆ, ਕਿਸੇ ਤਰ੍ਹਾਂ ਮਰਜ਼ੀ ਲੈ ਕੇ ਜਾਵਾਂ। ਉਹ ਪੂਰੀ ਰਾਤ ਤਿਆਰੀ ਕਰਦਾ ਆ। ਪਰ ਅਸੀਂ ਆਪਣੇ ਜੀਵਨ ਲਈ ਕਿੰਨੀ ਕੁ ਤਿਆਰੀ ਕਰਦੇ ਆ? ਅਸੀਂ ਕਿੰਨਾ ਕੁ ਸਭ ਤੋਂ ਪਹਿਲਾਂ ਆਪਣੇ ਘੁਟਨਿਆਂ ਪਰ ਆਉਂਦੇ ਆ ਤੇ ਪ੍ਰਭੂ ਨੂੰ ਕਹਿੰਦੇ ਆ, ਪ੍ਰਭੂ ਅੱਜ ਦਾ ਦਿਨ ਮੈਂ ਤੈਨੂੰ ਦਿਨਾ ਆ। ਅਸੀਂ ਕਿੰਨੀ ਵਾਰ ਉੱਠ ਕੇ ਪ੍ਰਾਰਥਨਾ ਕਰਦੇ ਆ ਰਾਤ ਨੂੰ ਕਿ ਪ੍ਰਭੂ ਯਿਸੂ ਆਪ ਅਗਲਾ ਦਿਨ ਮੇਰੇ ਲਈ ਇੱਕ ਬਰਕਤ ਦਾ ਦਿਨ ਹੋਏ, ਮੈਨੂੰ ਹਰ ਇੱਕ ਦੁਰਘਟਨਾ ਤੋਂ, ਹਰ ਇੱਕ ਜੋ ਗੱਲਾਂ ਮੇਰੇ ਮੂਡ ਨੂੰ ਖਰਾਬ ਕਰਦੀਆਂ ਨੇ, ਹਰ ਇੱਕ ਉਹ ਗੱਲਾਂ ਜੋ ਮੇਰੇ ਜੀਵਨ ਨੂੰ ਖਰਾਬ ਕਰਦੀਆਂ ਨੇ, ਹਰ ਇੱਕ ਉਹ ਬੁਰੇ ਵਿਚਾਰ, ਹਰ ਇੱਕ ਉਹ ਗੁੰਦੇ ਵਿਚਾਰ ਜੋ ਮੇਰੇ ਜੀਵਨ ਨੂੰ ਖਰਾਬ ਕਰਦੇ ਨੇ, ਹਰ ਇੱਕ ਨਸ਼ਾ ਮੇਰੇ ਜੀਵਨ ਤੋਂ ਦੂਰ ਰੱਖੀ। ਅਸੀਂ ਕਿੰਨੀ ਪ੍ਰਾਰਥਨਾ ਕਰਦੇ ਆ, ਅਸੀਂ ਕਿੰਨਾ ਕਹਿੰਦੇ ਭਾਵੇਂ ਨਹੀਂ ਕੁਛ ਮਰਜ਼ੀ ਹੋ ਜੇ, ਅਸੀਂ ਫੋਨ ਬਾਅਦ ਚ ਚੱਕਾਂਗੇ, ਪਹਿਲਾਂ ਘੁਟਨੇ ਵੱਲ ਪ੍ਰਾਰਥਨਾ ਕਰਾਂਗੇ। ਪਰ ਨਹੀਂ, ਸਾਨੂੰ ਸੁੱਤੇ ਉੱਠ ਕੇ ਪਹਿਲਾਂ ਅੱਖ ਨੂੰ ਤੋਂ ਪਹਿਲਾਂ ਸਦਾ ਮੇਰਾ ਫੋਨ ਕਿੱਥੇ ਆ, ਕੋਈ ਮੈਸੇਜ ਤਾਂ ਰਾਤ ਨੂੰ ਆਇਆ, ਕੋਈ WhatsApp ਤੇ ਕੋਈ ਮੈਸੇਜ ਤਾਂ ਨਹੀਂ ਆ ਗਿਆ, ਕੋਈ ਮਿਸ ਕਾਲ ਤਾਂ ਨਹੀਂ ਆ ਗਈ। ਤੁਸੀਂ ਮੈਨੂੰ ਸਮਝ ਪਾ ਰਹੇ ਹੋ ਕਿ ਨਹੀਂ ਪਾ ਰਹੇ? ਹਾਲੇਲੂਇਆ। ਇੱਥੇ ਪਰਮੇਸ਼ਰ ਕਹਿੰਦਾ ਬਰਕਤਾਂ ਤੁਹਾਡੇ ਅੱਗੇ ਨੇ, ਪਰ ਚੁਣਾਵ ਤੁਹਾਡਾ ਆ। ਤੁਸੀਂ ਬਰਕਤ ਨੂੰ ਵੀ ਚੁਣ ਸਕਦੇ ਹੋ ਤੇ ਮੌਤ ਨੂੰ ਵੀ, ਸ਼ਰਾਬ ਨੂੰ ਵੀ ਚੁਣ ਸਕਦੇ ਹੋ। ਪਰ ਅੱਗੇ ਪੜਨਾ ਪਰਮੇਸ਼ਰ ਕੀ ਕਹਿੰਦਾ ਹੈ? ਇਸ ਲਈ ਜੀਵਨ ਨੂੰ ਚੁਣੋ। ਪਰ ਇਸ ਲਈ ਪਰਮੇਸ਼ਰ ਤੁਸੀਂ ਕਿਹਨੂੰ ਚੁਣੋ? ਜੀਵਨ ਨੂੰ ਚੁਣੋ। ਉਹ ਕਹਿੰਦਾ ਮੈਂ ਤੁਹਾਨੂੰ ਜੀਵਨ ਦਵਾਂਗਾ, ਨਹੀਂ ਕਿਹਾ ਤੁਸੀਂ ਜੀਵਨ ਨੂੰ ਚੁਣ ਲਵੋ। ਮੈਂ ਪਹਿਲਾਂ ਕਿਹਾ ਚੁਣਾਵ ਤੁਹਾਡਾ ਆ। ਉਹ ਇਹ ਨਹੀਂ ਕਹਿੰਦਾ ਕਿ ਤੁਸੀਂ ਮੈਂ ਤੁਹਾਨੂੰ ਜੀਵਨ ਦਵਾਂਗਾ, ਮੈਂ ਤੁਹਾਨੂੰ ਬਰਕਤਾਂ ਦਵਾਂਗਾ। ਉਹ ਕਹਿੰਦਾ ਤੁਸੀਂ ਜੀਵਨ ਨੂੰ ਚੁਣੋ। ਅੱਗੇ ਪੜ੍ਹੀਏ। ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ਼ ਜਿਉਂਦੇ ਰਹੋ, ਤਾਂ ਕਿ ਤੁਸੀਂ ਅਤੇ ਤੁਹਾਡੀ ਅੰਸ਼, ਤੁਹਾਡੇ ਔਲਾਦ ਵੀ ਕੀ ਹੋਵੇ? ਜਿਉਂਦੀ ਰਹੇ। ਰੱਬ ਸਿਰਫ ਅਗਰ ਅਸੀਂ ਅੱਜ ਧਿਆਨ ਰੱਖੀਏ, ਅਗਰ ਅੱਜ ਅਸੀਂ ਬਰਕਤ ਨੂੰ ਚੁਣਦੇ ਹਾਂ, ਅਗਰ ਅੱਜ ਅਸੀਂ ਪਰਮੇਸ਼ਰ ਦੀ ਆਗਿਆਵਾਂ ਨੂੰ ਮੰਨ ਕੇ, ਪਰਮੇਸ਼ਰ ਦੇ ਵਚਨ ਨੂੰ ਮੰਨ ਕੇ ਬਰਕਤ ਨੂੰ ਚੁਣਦੇ ਹਾਂ, ਤਾਂ ਸਿਰਫ ਅਸੀਂ ਹੀ ਬਰਕਤ ਨਹੀਂ ਪਾਵਾਂਗੇ, ਸਾਡੇ ਬੱਚੇ ਵੀ ਕੀ ਪਾਣਗੇ? ਬਰਕਤ ਪਾਣਗੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੁਸੀਂ ਰੱਬ ਦਾ ਭੈ ਮੰਨਣਾ ਆ, ਸੰਗਤੀ ਵਿੱਚ ਆਉਣਾ ਆ। ਅਸੀਂ ਰੱਬ ਦਾ ਭੈ ਮੰਨ ਕੇ ਵਚਨ ਦੇ ਚੱਲਦੇ ਰਹਿਣਾ ਆ। ਭਾਵੇਂ ਅੱਜ ਸਾਡੇ ਕੋਲ ਬਹੁਤ ਘੱਟ ਪੈਸਾ ਆ, ਭਾਵੇਂ ਸਾਡੇ ਕੋਲ ਛੋਟਾ ਜਿਹਾ ਆਪਣਾ ਮਕਾਨ ਆ, ਬਹੁਤ ਵੱਡਾ ਮਕਾਨ ਨਹੀਂਗਾ, ਪਰ ਯਾਦ ਰੱਖਿਏ ਅਗਰ ਤੁਸੀਂ ਅੱਜ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਦੇ ਹੋ, ਤਾਂ ਯਾਦ ਰੱਖੀਏ ਤੁਸੀਂ ਭਾਵੇਂ ਆਪਣੇ ਦੁੱਖ ਦੇ ਵਿੱਚ ਜੀਵਨ ਕੱਟ ਲਿਆ, ਪਰ ਤੁਹਾਡੇ ਬੱਚੇ, ਤੁਹਾਡੀ ਔਲਾਦ ਦੁੱਖ ਦੇ ਵਿੱਚ ਜੀਵਨ ਨਹੀਂ ਕੱਟੇਗੀ। ਕਿ ਤੁਹਾਡੀ ਵੀ ਆਗਿਆ ਹੈ ਨਾ, ਉਹਦੇ ਕਾਰਨ, ਤੁਹਾਡੇ ਕਾਰਨ ਰੱਬ ਦੀ ਕਿਰਪਾ ਨਾਲ ਉੱਪਰ ਆਏਗੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਮੈਂ ਅੱਜ ਤੋਂ ਕਾਫੀ ਸਾਲ ਪਹਿਲਾਂ ਪ੍ਰਚਾਰ ਕੀਤਾ ਸੀ ਸ਼ਰਾਪ ਦੇ ਉੱਪਰ, ਕਿ ਸਾਡੀਆਂ ਗਲਤੀਆਂ ਦੇ ਕਾਰਨ ਸਾਡੇ ਬੱਚੇ ਗਰੀਬ ਹੁੰਦੇ ਆ। ਬਾਈਬਲ ਦੇ ਵਿੱਚ ਬਹੁਤ ਵੱਡੀ ਸਟੱਡੀ ਆ, ਬਾਈਬਲ ਦੇ ਵਿੱਚ ਬਹੁਤ ਜਗ੍ਹਾ ਲਿਖਿਆ ਗਿਆ ਹੈ ਕਿ ਸਾਡੀਆਂ ਗਲਤੀਆਂ ਦੇ ਕਾਰਨ ਸਾਡੇ ਬੱਚੇ ਬਰਕਤ ਨੂੰ ਗਵਾ ਦਿੰਦੇ ਨੇ, ਉਹ ਆਸ਼ੀਸ਼ ਦੇ ਵਿੱਚ ਨਹੀਂ ਰਹਿੰਦੇ, ਉਹ
ਕਮੀਆਂ ਦੇ ਘਟੀਆਂ ਵਿੱਚ ਰਹਿ ਜਾਂਦੇ ਨੇ। ਬਹੁਤ ਸਾਰੇ ਲੋਕ ਹਨਾ ਬੱਚੇ ਦੇ ਜਿਹਨਾਂ ਦੇ ਬੱਚੇ ਸ਼ਰਾਬੀ ਰਹਿੰਦੇ ਨੇ, ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ, ਉਹਨਾਂ ਦੇ ਬੱਚੇ ਸਹੀ ਤਰੀਕੇ ਨਾਲ ਨਹੀਂ ਚੱਲਦੇ, ਆਪਣਾ ਜੀਵਨ ਨਹੀਂ ਗੁਜ਼ਾਰਦੇ, ਨਸ਼ਿਆਂ ਵਿੱਚ ਪੈ ਜਾਂਦੇ ਨੇ। ਉਹਨਾਂ ਦਾ ਇੱਕ ਕਾਰਨ ਹੁੰਦਾ ਮਾਂ-ਬਾਪ, ਕਿ ਮਾਂ-ਬਾਪ ਆਪਣੇ ਬੱਚਿਆਂ ਨੂੰ ਨਾ ਖੁਦ ਸਹੀ ਚੱਲਦੇ ਨੇ ਤੇ ਨਾ ਸਹੀ ਰਾਹ ਦਿਖਾਉਂਦੇ ਨੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਤੁਸੀਂ ਭਾਵੇਂ ਆਪਣੇ ਲਈ ਨਾ ਸਹੀ ਚੱਲੋ ਪਰ ਬੱਚਿਆਂ ਲਈ ਸਹੀ ਚੱਲੋ। ਹਾਲੇਲੂਇਆ। ਕਿਉਂਕਿ ਸਾਡੇ ਬੱਚੇ ਸਹੀ ਚੱਲਣ। ਤੁਸੀਂ ਆਪ ਤਾਂ ਕਈ ਵਾਰ ਬਹੁਤ ਸਾਰੇ ਲੋਕ ਆਪ ਤਾਂ ਨਰਕ ਦੀ ਤਿਆਰੀ ਕਰਕੇ ਰੱਖਦੇ ਨੇ ਕਿ ਬਸ ਤਾਂ ਪੱਕਾ ਹੀ ਨਰਕ ਜਾਣਾ ਜੀ, ਇਹ ਤਾਂ ਸਾਡੇ ਕੋਲ ਜਾਣਾ ਹੀ ਨਹੀਂ। ਹਾਲੇਲੂਇਆ ਹਾਲੇਲੂਇਆ। ਇੱਥੇ ਪਰਮੇਸ਼ਰ ਕਹਿੰਦਾ ਤੁਸੀਂ ਜੀਵਨ ਪਰਮੇਸ਼ਰ ਕਹਿੰਦਾ ਤੁਸੀਂ ਜੀਵਨ ਨੂੰ ਚੁਣੋ ਤਾਂ ਤੁਸੀਂ ਤਾਂ ਤੁਹਾਡੀ ਅੰਸ਼ ਜਿਉਂਦੀ ਰਹੇ। ਹੁਣ ਅਸੀਂ ਜੀਵਨ ਨੂੰ ਚੁਣਨ ਲਈ ਕੀ ਕਰਨਾ ਆ? ਅਸੀਂ ਜੀਵਨ ਨੂੰ ਕਿਵੇਂ ਚੁਣ ਸਕਦੇ ਆ? ਆਸ਼ੀਸ਼ ਨੂੰ ਕਿਵੇਂ ਚੁਣ ਸਕਦੇ ਆ? ਬਰਕਤਾਂ ਨੂੰ ਕਿਵੇਂ ਚੁਣ ਸਕਦੇ ਆ? ਅੱਗੇ ਪੜ੍ਹ ਦਈਏ। ਤੁਸੀਂ ਯਹੋਵਾ ਆਪਣੇ ਪਰਮੇਸ਼ਰ ਨਾਲ ਪ੍ਰੇਮ ਰੱਖੋ। ਦੇਖੋ ਇਸ ਜਗ੍ਹਾ ਤੇ ਪਰਮੇਸ਼ਰ ਕਹਿੰਦਾ ਅਗਰ ਤੁਸੀਂ ਬਰਕਤ ਨੂੰ ਚੁਣਨਾ ਆ, ਜੀਵਨ ਨੂੰ ਚੁਣਨਾ ਹੈ, ਤੁਸੀਂ ਤੁਹਾਡੀ ਔਲਾਦ ਵੀ ਬਰਕਤ ਪਾਏ, ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਪਰਮੇਸ਼ਰ ਨਾਲ ਪ੍ਰੇਮ ਕਰੋ। ਅੱਗੇ ਪੜ੍ਹੀਏ। ਉਸ ਦੀ ਆਵਾਜ਼ ਨੂੰ ਸੁਣੋ। ਨੰਬਰ 2 ਉਸ ਦੀ ਆਵਾਜ਼ ਨੂੰ ਸੁਣੋ। ਅੱਗੇ ਪੜ੍ਹੀਏ। ਅਤੇ ਉਸ ਦੇ ਅੰਗ ਸੰਗ ਲੱਗੇ ਰਹੋ। ਨੰਬਰ 3 ਉਸ ਦੇ ਅੰਗ ਸੰਗ ਲੱਗੇ ਰਹੋ। ਕਿਉਂ ਜੋ ਉਹ ਤੁਹਾਡਾ ਜੀਵਨ ਅਤੇ ਤੁਹਾਡੇ ਦਿਨਾਂ ਦੀ ਲਮਾਨ ਹੈ। ਬਸ ਹਾਲੇਲੂਇਆ ਹਾਲੇਲੂਇਆ। ਕਹਿੰਦਾ ਤੁਸੀਂ ਕੀ ਕਰੋ? ਨੰਬਰ 1 ਆਪਣੇ ਪਰਮੇਸ਼ਰ ਨਾਲ ਕੀ ਕਰੋ? ਪ੍ਰੇਮ ਕਰੋ। ਕੀ ਕਰੋ? ਪ੍ਰੇਮ ਕਰੋ। ਦੂਸਰਾ ਕਹਿੰਦਾ ਉਹਦੀ ਆਵਾਜ਼ ਨੂੰ ਸੁਣੋ ਤੇ ਨੰਬਰ 3 ਉਹਦੇ ਅੰਗ ਸੰਗ ਲੱਗੇ ਰਹੋ। ਅੰਗ ਸੰਗ ਲੱਗੇ ਰਹੋ ਕਿਉਂਕਿ ਉਹ ਤੁਹਾਡਾ ਜੀਵਨ ਤੇ ਤੁਹਾਡੇ ਦਿਨਾਂ ਦੀ ਲਮਾਨ, ਯਾਨੀ ਤੁਹਾਡੇ ਦਿਨਾਂ ਨੂੰ ਲੰਬਾ ਕਰਨ ਵਾਲਾ ਆ। ਹਿਜਕੀਆ ਜਦੋਂ ਬਿਮਾਰ ਹੋਇਆ ਤੇ ਯਸ਼ਾਇਆ ਨੇ ਕੀ ਕਿਹਾ? ਪਰਮੇਸ਼ਰ ਨੇ ਯਸ਼ਾਇਆ ਨੂੰ ਕੀ ਕਿਹਾ? ਜਾ ਤੈਨੂੰ ਕਹਿ ਤੂੰ ਨਹੀਂ ਬਚੇਗਾ, ਤੂੰ ਮਰ ਜਾਏਗਾ। ਹਾਲੇਲੂਇਆ 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 ਹਾਲੇਲੂਇਆ। ਸਤਿਗੁਰੂ ਪਰਮੇਸ਼ਰ ਦਾ ਵਚਨ ਸਾਨੂੰ ਬਰਕਤ ਦਿੰਦਾ ਆ। ਹਿਜਕੀਆ ਬਿਮਾਰ ਹੋਇਆ ਤੇ ਯਸ਼ਾਇਆ ਨੇ ਜਾ ਕੇ ਕਿਹਾ ਦੇਖ ਪਰਮੇਸ਼ਰ ਕਹਿੰਦਾ ਆ ਤੂੰ ਨਹੀਂ ਬਚੇਗਾ, ਤੂੰ ਮਰ ਜਾਏਗਾ, ਆਪਣੀ ਸਾਰੀ ਜ਼ਿੰਮੇਵਾਰੀ ਆਪਣੇ ਘਰਾਣੇ ਪਰ ਪਾ ਦੇ। ਉਹਨੇ ਵਚਨ ਸੁਣਿਆ ਕਿ ਪਰਮੇਸ਼ਰ ਨੇ ਕਿਹਾ ਤੂੰ ਮਰ ਜਾਏਗਾ ਤਾਂ ਲਿਖਿਆ ਆਪਣਾ ਮੂੰਹ ਦੀਵਾਰ ਵੱਲ ਕੀਤਾ ਤੇ ਪਰਮੇਸ਼ਰ ਕਹਿੰਦਾ ਪਰਮੇਸ਼ਰ ਯਾਦ ਕਰ ਮੈਂ ਕਿਵੇਂ ਤੇਰੇ ਨਾਲ ਚੱਲਦਾ ਰਿਹਾ ਆ, ਯਾਦ ਕਰ ਮੈਂ ਕਿਵੇਂ ਤੇਰੇ ਵਚਨਾਂ ਦੀ ਪਾਲਣਾ ਕੀਤੀ ਆ, ਕਿ ਤੂੰ ਅੱਜ ਆਪਣੇ ਦਾਸ ਲਈ ਮੌਤ ਦਾ ਸੁਨੇਹਾ ਘੱਲਿਆ ਹੈ। ਲਿਖਿਆ ਉਹਨੇ ਰੋ ਰੋ ਕੇ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ, ਉਹਨੇ ਹੰਝੂਆਂ ਦੇ ਨਾਲ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ। ਜਦੋਂ ਉਹਨੇ ਪਰਮੇਸ਼ਰ ਨੂੰ ਕਿਹਾ ਪਰਮੇਸ਼ਰ ਯਾਦ ਕਰ ਮੈਂ ਕਿਵੇਂ ਤੇਰੇ ਵਚਨਾਂ ਵਿੱਚ ਚੱਲਦਾ ਰਿਹਾ ਹਾਂ, ਤਾਂ ਲਿਖਿਆ ਯਸ਼ਾਇਆ ਨੂੰ ਫਿਰ ਪਰਮੇਸ਼ਰ ਨੇ ਕਿਹਾ ਜਾ ਤੇ ਫਿਰ ਉਸ ਨੂੰ ਆਖ ਤੂੰ ਨਹੀਂ ਮਰੇਗਾ, ਮੈਂ ਤੇਰੀ ਉਮਰ ਕੀ ਕੀਤੀ ਆ? ਲੰਬੀ ਕਰਤੀ, ਮੈਂ ਤੇਰੀ ਉਮਰ ਵਧਾ ਦਿੱਤੀ ਆ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪਰ ਉਸਨੇ ਆਖਿਆ ਕਹਿੰਦਾ ਪਰਮੇਸ਼ਰ ਯਾਦ ਕਰ ਮੈਂ ਕਿਵੇਂ ਤੇਰੇ ਨਾਲ ਚੱਲਦਾ ਰਿਹਾ ਹਾਂ। ਅੱਜ ਅਸੀਂ ਪਰਮੇਸ਼ਰ ਨਾਲ ਕਿੰਨਾ ਚੱਲਦੇ ਹਾਂ? ਅੱਜ ਅਸੀਂ ਕਿੰਨਾ ਕੁ ਪਰਮੇਸ਼ਰ ਦੇ ਨਾਲ ਚੱਲਦੇ ਹਾਂ? ਅਸੀਂ ਕਿੰਨਾ ਕੁ ਸਮਾਂ ਪਰਮੇਸ਼ਰ ਦੇ ਨਾਲ ਬਿਤਾਉਂਦੇ ਹਾਂ? ਅੱਜ ਅਸੀਂ ਕਿੰਨਾ ਕੁ ਸਮਾਂ ਪਰਮੇਸ਼ਰ ਦੇ ਨਾਲ ਬਿਤਾਉਂਦੇ ਹਾਂ ਤੇ ਪਰਮੇਸ਼ਰ ਨੂੰ ਕਹਿੰਦੇ ਆ ਪਰ ਮੈਂ ਤੇਰੇ ਨਾਲ ਚੱਲਦਾ ਰਵਾਂਗਾ, ਮੈਂ ਤੇਰੇ ਅੰਗ ਸੰਗ ਰਵਾਂਗਾ। ਅਸੀਂ ਸਵੇਰੇ ਉੱਠ ਕੇ ਦੋਸਤਾਂ ਨੂੰ ਗੁੱਡ ਮਾਰਨਿੰਗ ਦਾ ਮੈਸੇਜ ਤਾਂ ਭੇਜ ਦਿੰਦੇ ਆ, ਦੂਜਿਆਂ ਨੂੰ ਬੱਚਿਆਂ ਨੂੰ ਗੁੱਡ ਮਾਰਨਿੰਗ ਕਹਿ ਦਿੰਦੇ ਆ, ਆਂਢ ਗੁਆਂਢ ਨੂੰ, ਆਪਣੇ ਘਰ ਵਾਲੇ ਨੂੰ, ਆਪਣੇ ਪਤੀ ਦਾ ਗੁੱਡ ਮਾਰਨਿੰਗ ਕਹਿ ਦਿੰਦੇ ਆ। ਕਿ ਕਦੇ ਅਸੀਂ ਉੱਠ ਕੇ ਯਿਸੂ ਮਸੀਹ ਨੂੰ ਕਿਹਾ ਯਿਸੂ ਮਸੀਹ ਗੁੱਡ ਮਾਰਨਿੰਗ, ਪਰਮੇਸ਼ਰ ਗੁੱਡ ਮਾਰਨਿੰਗ, ਪਵਿੱਤਰ ਆਤਮਾ ਜੀ ਗੁੱਡ ਮਾਰਨਿੰਗ। ਅਸੀਂ ਸੌਣ ਲੱਗੇ ਕਦੇ ਯਿਸੂ ਮਸੀਹ ਨੂੰ ਕਿਹਾ ਯਿਸੂ ਮਸੀਹ ਗੁੱਡ ਨਾਈਟ, ਮੈਂ ਸੌਣ ਲੱਗਿਆ। ਹਾਲੇਲੂਇਆ 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 ਹਾਲੇਲੂਇਆ। ਅਸੀਂ ਪਰਮੇਸ਼ਰ ਨੂੰ ਪ੍ਰੇਮ ਕਰੀਏ। ਪਰਮੇਸ਼ਰ ਕਹਿੰਦਾ ਜੀਵਨ ਤੁਹਾਡਾ ਆ, ਬਰਕਤ ਤੁਹਾਡੀ ਆ, ਆਸ਼ਾ ਤੁਹਾਡੀਆਂ ਨੇ, ਪਰ ਤੁਸੀਂ ਪਰਮੇਸ਼ਰ ਨੂੰ ਪ੍ਰੇਮ ਕਰੋ, ਆਪਣੇ ਪਰਮੇਸ਼ਰ ਨੂੰ ਪ੍ਰੇਮ ਕਰੋ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਨੂੰ ਪ੍ਰੇਮ, ਅਸੀਂ ਪਰਮੇਸ਼ਰ ਨਾਲ ਪ੍ਰੇਮ ਕਰੀਏ। ਉਹ ਕਹਿੰਦਾ ਉਹਦੀ ਆਵਾਜ਼ ਨੂੰ ਸੁਣੋ ਤੇ ਉਹਦੇ ਅੰਗ ਸੰਗ ਲੱਗੇ ਰਹੋ, ਕਿਉਂਕਿ ਉਹ ਤੁਹਾਡਾ ਜੀਵਨ ਤੇ ਤੁਹਾਡੇ ਦਿਨਾਂ ਦੀ ਲਮਾਦ ਹੈਗੇ। ਪੜ੍ਹੀਏ। ਤਾਂ ਜੋ ਤੁਸੀਂ ਉਸ ਜ਼ਮੀਨ ਵਿੱਚ ਵਸਿਆ ਕਰੋ ਜਿਹੜੀ ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਅਰਥਾਤ ਅਬਰਾਹਮ, ਇਸਾਕ ਅਤੇ ਯਾਕੂਬ ਨੂੰ ਦੇਣ ਲਈ ਸਹੁੰ ਖਾਧੀ ਸੀ। ਕਹਿੰਦਾ ਤੁਸੀਂ ਉਸ ਜ਼ਮੀਨ ਵਿੱਚ ਵਸੋਗੇ ਜਿਹਦੇ ਨਾਲ ਮੈਂ ਅਬਰਾਹਮ ਇਸਾਕ ਨਾਲ ਵਾਅਦਾ ਕੀਤਾ ਸੀਗਾ। ਤੇ ਅੱਗੇ ਮੈंने ਇੱਕ ਵਚਨ ਹੋਰ ਪੜ੍ਹੀਏ, ਜ਼ਬੂਰ ਉਹਦਾ 91ਵਾਂ ਅਧਿਆਇ।
91 अध्याय का 14 वचन पढ़ना। उसने ਤਾਂ ਮੇਰੇ ਨਾਲ ਪ੍ਰੀਤ ਲਾਈ ਹੈ ऐसे आप देखो परमेश्वर कहता उसने तो मेरे नाल प्रेम किया है ਸੋ ਮੈਂ ਉਹਨੂੰ ਛੁਡਾਵਾਂਗਾ मैं उसनु छुड़ावांगा मैं उसਨੂੰ ਉੱਚਾ ਕਰਾਂਗਾ मैं उसनु उच्चा करांगा उसने मेरा नाम जो जाता उन्हें है मेरा नाम जान लिया है। पढ़ो पढ़ो। ਉਹ ਮੈਨੂੰ ਪੁਕਾਰੇਗਾ ओ मैं पुकारेगा मैं उसनु उत्तर देंगा ਦੁੱਖ ਵਿੱਚ ਮੈਂ ਉਹਦੇ ਅੰਗ ਸੰਗ ਹੋਵਾਂਗਾ दुख विच मैं ਉਹਦੇ अंग संग ਮੈਂ होवांगा। ਉਹਨੂੰ ਛੁਡਾਵਾਂਗਾ ਹਾਂ। ਅਤੇ ਉਹਦਾ ਆਦਰ ਦਿਆਂਗਾ बस इतने परमेश्वर ने उसने मेरे नाल प्रेम किया है वो मैनू पुकारेगा ते मैं ਉਹਨੂੰ उत्तर देंगा। किनू उत्तर देगा? ਜਿਹੜਾ परमेश्वर ਨੂੰ ਕੀ ਕਰਦਾ ਆ ਪੁਕਾਰਦਾ ਹੈ ਪੁਕਾਰਦਾ ਸਾਰੇ ਆ ਇੱਥੇ ਕੀ ਲਿਖਿਆ ਠੀਕ ਹੈ ਉਸਨੇ ਮੇਰੇ ਨਾਲ ਪ੍ਰੇਮ ਕੀਤਾ ਹੈ ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਉੱਤਰ ਦੇਵਾਂਗਾ। ਪਰਮੇਸ਼ਰ ਕਿਹਨੂੰ ਉੱਤਰ ਦੇਗਾ? ਜਿਹੜਾ ਪਰਮੇਸ਼ਰ ਨੂੰ ਕੀ ਕਰਦਾ ਹੈ ਪ੍ਰੇਮ ਕਰਦਾ ਹੈ ਹਲਿਆ ਪ੍ਰੇਮ ਕਰਦਾ ਉਹ ਪੁਕਾਰੇਗਾ। ਹਾਂ ਪੁਕਾਰਦਾ ਤਾਂ ਮੈਂ ਸਾਰੀ ਆ ਪਰ ਕਿਹਾ ਉਹਨੇ ਮੈਨੂੰ ਪ੍ਰੇਮ ਕੀਤਾ ਹੈ ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਉੱਤਰ ਦੇਵਾਂਗਾ। ਹਾਲੇਲੂਇਆ ਹਾਲੇਲੂਇਆ। ਤੁਸੀਂ ਪਰਮੇਸ਼ਰ ਨੂੰ ਕਿੰਨਾ ਪ੍ਰੇਮ ਕਰਦੇ ਹੋ? ਉਹਨੇ ਮੈਨੂੰ ਪ੍ਰੇਮ ਕੀਤਾ ਹੈ ਉਹ ਮੈਨੂੰ ਪੁਕਾਰੇਗਾ ਮੈਂ ਉੱਤਰ ਦੇਵਾਂਗਾ ਅਤੇ ਦੁੱਖਾਂ ਵਿੱਚ ਮੈਂ ਉਹਦੇ ਅੰਗ ਸੰਗ ਹੋਵਾਂਗਾ। ਜੋ ਸਾਡੇ ਕੋਲ ਪਰੇਸ਼ਾਨੀ ਆਂਦੀ ਆ ਭਾਵੇਂ ਕਿਵੇਂ ਦੀ ਮੁਸੀਬਤ ਕਿਉਂ ਨਹੀਂ ਆਂਦੀ ਕਿਵੇਂ ਦੀ ਪਰੇਸ਼ਾਨੀ ਕਿਉਂ ਨਹੀਂ ਆਂਦੀ ਭਾਵੇਂ ਸਾਡੇ ਦੋਸਤ ਸਾਡੇ ਰਿਸ਼ਤੇਦਾਰ ਸਾਡੇ ਮਿੱਤਰ ਸਾਨੂੰ ਛੱਡ ਦੇਣ ਯਾਰ ਛੱਡ ਗਏ ਜਿਨ੍ਹਾਂ ਤੇ ਬੜਾ ਮਾਣ ਸੀ ਉਹ ਮੇਰਾ ਡਾਵਾਂ ਡੋਲ ਹੋ ਗਿਆ ਜਹਾਨ ਸੀ। ਹਾਲੇਲੂਇਆ। ਭਾਵੇਂ ਸਾਡੇ ਦੋਸਤ ਸਾਡੇ ਰਿਸ਼ਤੇਦਾਰ ਸਾਡੇ ਮਿੱਤਰ ਸਾਨੂੰ ਛੱਡ ਦੇਣ ਜਿਹਨਾਂ ਅਸੀਂ ਸਮਝਦੇ ਆ ਨਾ ਇਹ ਨਹੀਂ ਛੱਡਦਾ ਉਹ ਵੀ ਛੱਡ ਜਾਏਗਾ। ਬਚਨ ਕਹਿੰਦਾ ਤੁਹਾਡੀ ਇੱਕ ਮਾਂ ਆਪਣੇ ਦੁੱਧ ਚੁੰਗਦੇ ਬੱਚੇ ਨੂੰ ਵੀ ਛੱਡ ਜਾਏ ਪਰ ਮੈਂ ਤੈਨੂੰ ਕਦੇ ਨਾ ਛੱਡਾਂਗਾ। ਉਹ ਕਹਿੰਦਾ ਮੈਂ ਤੇਰੇ ਅੰਗ ਸੰਗ ਹੋਵਾਂਗਾ ਮੈਂ ਤੈਨੂੰ ਛੁਡਾਵਾਂਗਾ ਤੇ ਤੈਨੂੰ ਆਦਰ ਦੇਵਾਂਗਾ। ਹਾਲੇਲੂਇਆ ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਨੂੰ ਪ੍ਰੇਮ ਕਰਦੇ ਹਾਂ ਪਰਮੇਸ਼ਰ ਨਾਲ ਸਮਾਂ ਬਿਤਾਉਂਦੇ ਹਾਂ ਅਸੀਂ ਪਰਮੇਸ਼ਰ ਦੇ ਵਚਨਾਂ ਉੱਪਰ ਚੱਲਦੇ ਹਾਂ ਤਾਂ ਪਰਮੇਸ਼ਰ ਸਾਨੂੰ ਛੁਡਾਏਗਾ ਨਹੀਂ ਠੀਕ ਹੈ ਤੁਹਾਨੂੰ ਛੁਡਾਵਾਂਗਾ ਤੇ ਉਸ ਨੂੰ ਆਦਰ ਵੀ ਦੇਵਾਂਗਾ। ਅੱਗੇ ਪੜ੍ਹੀਏ। ਆਜਾ ਦੇ ਵਾਅਦੇ ਨਾਲ ਮੈਂ ਉਹਦੀ ਨਿਸ਼ਾ ਕਰਾਂਗਾ ਮੈਂ ਉਹਦੀ ਨਿਸ਼ਾ ਕਰਾਂਗਾ ਅਤੇ ਉਸ ਨੂੰ ਆਪਣੀ ਮੁਕਤੀ ਦਿਖਾਵਾਂਗਾ ਅਤੇ ਉਸ ਨੂੰ ਆਪਣੀ ਮੁਕਤੀ ਕੀ ਕਰਾਂਗਾ ਵਿਖਾਵਾਂਗਾ। ਹਾਲੇਲੂਇਆ ਹਾਲੇਲੂਇਆ। ਮੈਂ ਉਸ ਨੂੰ ਆਪਣੀ ਮੁਕਤੀ ਵਿਖਾਵਾਂਗਾ। ਯਾਦ ਰੱਖਿਓ ਅਗਰ ਅਸੀਂ ਪਰਮੇਸ਼ਰ ਨੂੰ ਪ੍ਰੇਮ ਕਰਦੇ ਹਾਂ ਤਾਂ ਪਰਮੇਸ਼ਰ ਸਾਡੇ ਅੰਗ ਸੰਗ ਹੋਵੇਗਾ ਉਹ ਸਾਡੇ ਨਾਲ ਰਹੇਗਾ। ਇੱਕ ਵਾਰ ਇਸਰਾਈਲੀਆਂ ਨੇ ਇੱਕ ਜੰਗ ਲੜਨੀ ਸੀ ਯੁੱਧ ਲੜਨਾ ਸੀਗਾ ਤਾਂ ਇਸਰਾਈਲੀ ਪਰਮੇਸ਼ਰ ਦੇ ਵਚਨ ਤੋਂ ਭਟਕੇ ਪਰਮੇਸ਼ਰ ਦੀ ਆਗਿਆ ਤੋਂ ਫਿਰੇ ਉਹਨਾਂ ਨੇ ਪਰਮੇਸ਼ਰ ਨੂੰ ਛੱਡ ਕੇ ਦੇਵਤਿਆਂ ਨੂੰ ਮੰਨਣਾ ਸ਼ੁਰੂ ਕੀਤਾ ਤੇ ਜਦੋਂ ਯੁੱਧ ਲੜਦੇ ਜਾ ਰਹੇ ਸੀਗੇ ਤਾਂ ਮੂਸਾ ਨੇ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਪਰਮੇਸ਼ਰ ਤੂੰ ਸਾਡੇ ਨਾਲ ਚੱਲ। ਉਹ ਪਰਮੇਸ਼ਰ ਕਹਿੰਦਾ ਤੂੰ ਜਾ ਤੇ ਮੈਂ ਤੈਨੂੰ ਵਿਜੇ ਦੇਵਾਂਗਾ ਤੁਸੀਂ ਹਰਾਓਗੇ ਉਸ ਦੇਸ਼ ਨੂੰ ਤੇ ਉੱਥੇ ਵਿਜੇ ਪ੍ਰਾਪਤ ਕਰੋਗੇ। ਪਰ ਮੂਸਾ ਕਹਿੰਦਾ ਨਹੀਂ ਪਰਮੇਸ਼ਰ ਮੈਨੂੰ ਵਿਜੇ ਨਹੀਂ ਚਾਹੀਦੀ ਮੈਨੂੰ ਜਿੱਤ ਨਹੀਂ ਚਾਹੀਦੀ ਸਾਨੂੰ ਤੂੰ ਚਾਹੀਦਾ ਆ ਜੇ ਤੂੰ ਸਾਡੇ ਨਾਲ ਚੱਲੇਗਾ ਤਾਂ ਅਸੀਂ ਜਾਵਾਂਗੇ। ਹਾਲੇਲੂਇਆ ਹਾਲੇਲੂਇਆ। ਉਹ ਕਹਿੰਦਾ ਤੂੰ ਸਾਡੇ ਨਾਲ ਸਾਨੂੰ ਚਾਹੀਦਾ ਆ ਤੂੰ ਸਾਡੇ ਨਾਲ ਚੱਲ। ਉਹ ਕਹਿੰਦਾ ਨਹੀਂ ਮੈਂ ਤੁਹਾਡੇ ਨਾਲ ਨਹੀਂ ਆਵਾਂਗਾ ਪਰ ਤੁਸੀਂ ਜਿੱਤੋਗੇ ਪਰ ਮੈਂ ਤੁਹਾਡੇ ਨਾਲ ਨਹੀਂ ਹੋਵਾਂਗਾ। ਉਹ ਕਹਿੰਦਾ ਨਹੀਂ ਕਹਿੰਦਾ ਮੈਂ ਇਹਨਾਂ ਲੋਕਾਂ ਲਈ ਮਾਫੀ ਮੰਗਦਾ ਆ। ਮੂਸਾ ਉਹਨਾਂ ਲੋਕਾਂ ਲਈ ਗਿੜਗਿੜਾਉਣ ਲੱਗਾ। ਯਾਦ ਰੱਖੀਏ ਸਾਨੂੰ ਸਿਰਫ ਬਰਕਤ ਹੀ ਅਸੀਂ ਸਿਰਫ ਬਰਕਤ ਵੱਲ ਭੱਜਦੇ ਜਾਂਦੇ ਬਰਕਤ 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 ਸਾਨੂੰ ਉਧਰੋਂ ਪੈਸਾ ਮਿਲ ਜੇ ਉਧਰੋਂ ਪੈਸਾ ਮਿਲ ਜੇ ਅਸੀਂ ਇਧਰੋਂ ਕਮਾ ਲਈਏ ਉਧਰੋਂ ਕਮਾ ਲਈਏ ਇਧਰੋਂ ਵੀ ਦੋ ਪੈਸੇ ਜੋੜ ਲਈਏ ਪਰ ਰੱਬ ਨੂੰ ਭੁੱਲ ਜਾਣਾ ਕਿ ਰੱਬ ਸਾਡੇ ਨਾਲ ਹੈ। ਪਰਮੇਸ਼ਰ ਮੈਂ ਤੁਹਾਨੂੰ ਵਿਜੇ ਜ਼ਰੂਰ ਦਵਾਂਗਾ ਤੁਸੀਂ ਜਾਓਗੇ ਤੇ ਜਿੱਤੋਗੇ ਹਾਰੋਗੇ ਨਹੀਂ। ਉਹ ਮੂਸਾ ਕਹਿੰਦਾ ਨਹੀਂ ਪਰਮੇਸ਼ਰ ਸਾਨੂੰ ਵਿਜੇ ਨਹੀਂ ਚਾਹੀਦੀ ਸਾਨੂੰ ਜਿੱਤ ਨਹੀਂ ਚਾਹੀਦੀ ਸਾਨੂੰ ਤੂੰ ਚਾਹੀਦਾ ਆ ਤੂੰ ਸਾਡੇ ਨਾਲ ਰਹਿ। ਹਾਲੇਲੂਇਆ ਹਾਲੇਲੂਇਆ। ਕਿਉਂਕਿ ਜਿੱਥੇ ਪਰਮੇਸ਼ਰ ਹੈ ਉੱਥੇ ਵਿਜੇ ਹੈ। ਆਮੇਨ ਨਾ ਤਾਂ ਗੀਤ ਗਾਣੇ ਨਾ ਉਹ ਜੰਗ ਕਦੀ ਨਹੀਂ ਹਾਰਦੇ। ਹਾਲੇਲੂਇਆ ਹਾਲੇਲੂਇਆ। ਕਿਵੇਂ ਸੀ ਗੀਤ ਸਟਾਰਟਿੰਗ ਦੇ ਕਿਵੇਂ ਸੀ ਆ ਜੰਗ ਜਿਨ੍ਹਾਂ ਦੀ ਲੜਦਾ ਯਹੋਵਾ ਉਹ ਜੰਗ ਜਿਨ੍ਹਾਂ ਦੀ ਲੜਦਾ ਯਹੋਵਾ ਉਹ ਜੰਗ ਕਦੀ ਨਹੀਂ ਹਾਰਦੇ ਉਹ ਜੰਗ ਕਦੀ ਨਹੀਂ ਹਾਰਦੇ
हो जंग कदी नहीं हार दे, हो जंग कदी नहीं हार दे। हाँ जंग जिन्ना भी लड़दा यहोवा जो साडे नाल परमेश्वर होता है, जो साडे नाल परमेश्वर रह के लड़दा है, तो याद रखिए असी किसी भी चीज तो हारांगे नहीं, चाहे नशा या चाहे बीमारी आ, चाहे बुरे विचार ने, चाहे बुरे ख्याल ने, बुरी इच्छावां ने, बुरे आदतां ने, बुरा स्वभाव आ, ਅਸੀਂ हर एक चीज ਨੂੰ ਕੀ ਕਰਾਂਗੇ ਹਰਾ ਦੇਵਾਂਗੇ। ਆਮੇਨ ਹਾਲੇਲੂਇਆ ਹਾਲੇਲੂਇਆ। पर ਅਸੀਂ परमेश्वर ਨੂੰ ਆਪਣੇ ਨਾਲ ਰੱਖੀਏ, ਅਸੀਂ परमेश्वर ਨਾਲ ਪ੍ਰੇਮ ਕਰੀਏ ਤੇ परमेश्वर ਨੂੰ ਕਹੀਏ परमेश्वर ਤੂੰ ਮੇਰੀ ਕੀ ਕਰ ਮੇਰੇ ਨਾਲ ਰਹਿ। ਆਮੇਨ। ਅਸੀਂ ਆਪਣੇ ਅੱਖਰ ਬੰਦ ਕਰਾਂਗੇ। ਥੈਂਕ ਯੂ ਲਾਰਡ ਪ੍ਰਭੂ ਯਿਸੂ ਨਾਮ ਪ੍ਰਭੂ ਯਿਸੂ ਨਾਮ ਪ੍ਰਭੂ ਯਿਸੂ ਨਾਮ। पर अपनी जगह तक खड़े हो जावांगे। धन्यवाद प्रभु यीशु, प्रभु यीशु, प्रभु यीशु, प्रभु यीशु, प्रभु यीशु, धन्यवाद 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 धन्यवाद। मैं आपको ये समय देना चाहता हूँ, ये समय मैं आपको देना चाहता हूँ। जैसे आज अपने परमेश्वर का वचन सुना है, जैसे आज आपने परमेश्वर के वचन को सुना है कि आप किस चीज को चुनना चाहते हैं, जीवन को चुनना चाहते हैं या मौत को चुनना चाहते हैं, बरकत चाहते हैं या फिर आप शराब चाहते हैं। चुनाव आपका है। आज आप सोचिए आप क्या चुनना चाहते हैं। आप सोचिए आज आप क्या चाहते हैं, आप क्या चाहते हैं, आप क्या चाहते हैं, आप क्या चाहते हैं कि परमेश्वर आपको दे। आप क्या चाहते हैं, आप परमेश्वर से क्या पाना चाहते हैं। आप परमेश्वर से आदम और हवा की तरह मृत्यु चाहते हैं या आप बरकत चाहते हैं, आप आशीष चाहते हैं। आप परमेश्वर से क्या चाहते हैं। ये समय मैं आपको दूंगा, ये समय मैं आपको दूंगा, ये समय मैं आपको दूंगा। यहाँ से आप प्रार्थना करें, परमेश्वर के आगे पुकारें, परमेश्वर से मांगें कि परमेश्वर तू मेरे जीवन में कार्य कर। आदम ने परमेश्वर के वचन को तोड़ा, उसे मौत मिली, पर नूह ने परमेश्वर के वचन को माना, उसे जीवन। आदम ने परमेश्वर के वचन को तोड़ दिया, उस पर शराब पाए, पर नूह ने जब परमेश्वर की बात को माना, परमेश्वर की बातों को विश्वास किया और वो किश्ती बनाने लगा, एक नाव को बनाने लगा, तो वो और उसका पूरा घराना बच गया। सारी दुनिया बाइबल कहती है सारी दुनिया नाश हो गई। हर एक जानवर नाश हो गया, हर एक इंसान नाश हो गया, सब कुछ नाश हो गया, कोई नहीं बचा, एक भी इंसान नहीं बचा। कोई भी, चाहे वो अच्छा था, चाहे वो बुरा था, चाहे वो काला था, चाहे वो गोरा था, चाहे वो अमीर था, चाहे वो गरीब था, हर एक जन नाश हो गया। पर नूह और नूह का परिवार जिंदा रहा क्योंकि उसने परमेश्वर के वचन को माना। क्या आज आप परमेश्वर के वचन को मानने के लिए तैयार हैं? अगर आज आप परमेश्वर के वचन को मानने के लिए तैयार हैं, तो मैं आपसे कहता हूं, परमेश्वर का ये वायदा है, परमेश्वर का ये दावा है, तू और तेरा घराना जीवित रहेगा। क्या आप परमेश्वर के वचन को मानने के लिए तैयार हैं? क्या आप परमेश्वर के वचन को मानने के लिए, परमेश्वर की बातों पर चलने के लिए तैयार हैं? याद रखिए, कठिनाइयां हमारे जीवन में आ सकती हैं, परेशानियां हमारे जीवन में आ सकती हैं, मुसीबतें हमारे जीवन में आ सकती हैं, पर अगर आप परमेश्वर के वचन पर खड़े हैं तो कोई परेशानी आपका कुछ नहीं बिगाड़ सकती, कोई तंगी आपका कुछ नहीं बिगाड़ सकती, कोई बीमारी आपका कुछ नहीं बिगाड़ सकती, कोई शैतान की चाल आपका कुछ नहीं बिगाड़ सकती, कोई मुसीबत आपका कुछ नहीं बिगाड़ सकती, क्योंकि परमेश्वर आपके संग होगा। प्रार्थना करें, अपनी आंखों को बंद रखकर प्रार्थना करें, प्रार्थना करें, अपने मुंह को खोल के प्रार्थना करें। भेड़ी पावे लेके आवे नाले लखों लखों रथ, हिल जांदा वेख के यहोवा दा जलाली हथ। चाहे शैतान आपके खिलाफ क्यों ना खड़ा हो जाए, शैतान की कितनी फौजें आपके खिलाफ क्यों ना खड़ी हो जाए, चाहे आपके कितने भी दुश्मन आपके खिलाफ खड़े क्यों ना हो जाएं,
Thank the Lord, प्रभु यीशु धन्यवाद, प्रभु यीशु धन्यवाद, प्रभु यीशु धन्यवाद। वैरी पावे लैके आवे नाल लखों लखों रथ, हिल जांदा वेख के यहोवा दा जलाली हथ। ओ हथ जिन्ना दा फड़दा यहोवा, हथ जिन्ना दा फड़दा यहोवा, ओ जंग कदी नहीं हारदे, ओ जंग कदी नहीं हारदे, ओ जंग कदी नहीं हारदे, ओ जंग कदी नहीं हारदे। यस यस, परमेश्वर से कहिए, परमेश्वर मैं तेरे संग चलूंगा, मैं तेरे संग चलूंगा और मैं किसी जंग को ना हारूंगा, मैं किसी युद्ध को ना हारूंगा, मैं तेरे साथ चलूंगा, मैं तुझसे प्रेम करूंगा, मैं तुझसे प्रेम करूंगा, मैं अपने जीवन भर तुझसे प्रेम करूंगा, अपने हर एक बात में तुझसे प्रेम करूंगा। यीशु मसीह ने कहा अपने परमेश्वर से, अपने पूरे दिल से, अपनी पूरी जान से, ताकत से प्रेम कर। आप परमेश्वर कहिए, परमेश्वर अपनी पूरी ताकत से आपसे प्रेम करूंगा, अपनी पूरी जान से आपसे प्रेम करूंगा, मैं अपने पूरे जिंदगी भर आपसे प्रेम करूंगा। आप सिर्फ परमेश्वर को एक दिन प्रेम ना करें, सिर्फ संडे के दिन प्रेम नहीं करना, सिर्फ संडे के दिन प्रार्थना नहीं करनी। आज नहीं, सिर्फ आज संगत में जाना तो आज प्रार्थना कर लीजिए, आज बच्चों को उठा लीजिए, यह नहीं, आज आपको फैसला लेना है। परमेश्वर से कहिए, परमेश्वर मैं हर दिन तुझसे प्रेम करूंगा, मैं हर एक दिन तुझसे प्रेम करूंगा, मैं हर एक दिन तेरे वचन पर चलता रहूंगा। ओ धन्यवाद 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 धन्यवाद। ये समाप्त के लिए है, ये समाप्त के लिए है, ये समाप्त के लिए है, ये समाप्त के लिए है। यस, परमेश्वर आपसे चाहता है कि आप अंगीकार करें, परमेश्वर चाहता है कि आप उससे आगे प्रार्थना करें, आप उसके आगे प्रार्थना करें। यस, परमेश्वर आपकी प्रार्थनाओं को सुन रहा है, परमेश्वर आपकी दुआओं को सुन रहा है, परमेश्वर अपने कान आपकी प्रार्थनाओं पर लगाए हुए हैं। धन्यवाद प्रभु यीशु, धन्यवाद प्रभु, धन्यवाद प्रभु। तू जो